सो बेटा ਹੁਣ ਆਪਾਂ ਨੂੰ ਕੁਆਇਟ ਕਲੀਅਰ ਹੋ ਗਿਆ ਕਿ ਜਿਹੜੀ L1 L2 ਲੇਬਰਰਸ ਨੇ ਉਹ ਡਿਸਗਾਈਜ਼ਡਲੀ ਅਨਇੰਪਲੋਇਡ ਨੇ ਅਤੇ ਉਹਨਾਂ ਦੀ ਮਾਰਜਨਲ ਪ੍ਰੋਡਕਟੀਵਿਟੀ ਇੱਥੇ 0 ਹੈ। ਨੈਕਸਟ ਹੈ ਡਿਸਗਾਈਜ਼ਡ ਅਨਇੰਪਲੋਇਮੈਂਟ ਐਂਡ ਸੇਵਿੰਗ ਪੋਟੈਂਸ਼ੀਅਲ। ਸੋ ਅਸੀਂ ਦੱਸਦੇ ਹਾਂ ਇੱਥੇ ਕਿ ਲੋਟ ਆਫ ਲੇਬਰ ਪਾਵਰ ਹੈ ਜਿਹੜੀ ਉਹ ਐਕਚੁਅਲੀ ਵੇਸਟ ਹੋ ਰਹੀ ਹੈ ਜਦੋਂ ਡਿਸਗਾਈਜ਼ਡ ਅਨਇੰਪਲੋਇਮੈਂਟ ਹੁੰਦੀ ਹੈ। ਸੋ ਨਰਕਸ ਅਤੇ ਲੂਇਸ ਦਾ ਵਿਊ ਹੈ ਕਿ ਜਿਹੜੀ ਡਿਸਗਾਈਜ਼ਡ ਅਨਇੰਪਲੋਇਮੈਂਟ ਹੈ ਉਹ ਸੇਵਿੰਗਸ ਅਤੇ ਕੈਪੀਟਲ ਫਾਰਮੇਸ਼ਨ ਕਰ ਸਕਦੇ ਆ ਜੇ ਅਸੀਂ ਉਹਨੂੰ ਉੱਥੋਂ ਕੱਢ ਕੇ ਕਿੱਥੇ ਲਗਾਈਏ ਜਿਹੜਾ ਪ੍ਰੋਡਕਟਿਵ ਸੈਕਟਰ ਇੰਪਲੋਏ ਕਰ ਲਈਏ। ਠੀਕ ਹੈ। ਸੋ ਲੂਇਸ ਦੀ ਥਿਊਰੀ ਕੀ ਕਹਿੰਦੀ ਹੈ? ਅਕੋਰਡਿੰਗ ਟੂ ਪ੍ਰੋਫੈਸਰ ਲੂਇਸ ਦੋ ਪ੍ਰਿੰਸੀਪਲ ਸੈਕਟਰਸ ਹੁੰਦੇ ਨੇ ਹਰੇਕ ਇਕੋਨਮੀ ਦੇ ਵਿੱਚ, ਸਬਸਿਸਟੈਂਸ ਸੈਕਟਰ ਅਤੇ ਕੈਪੀਟਲਿਸਟਿਕ ਸੈਕਟਰ। ਜਿਹੜੀਆਂ ਲੈਸ ਡਿਵੈਲਪਡ ਕੰਟਰੀਜ਼ ਨੇ ਉੱਥੇ ਸਬਸਿਸਟੈਂਸ ਸੈਕਟਰ ਹੈ ਜਿਹੜਾ ਉਹ ਪ੍ਰਿੰਸੀਪਲ ਸੈਕਟਰ ਹੁੰਦਾ ਹੈ। ਇਸ ਲੋਕ ਨੇ ਜਿਹੜੇ ਉਹ ਐਗਰੀਕਲਚਰ ਆਕੂਪੇਸ਼ਨਸ ਦੇ ਵਿੱਚ ਇੱਥੇ ਲੱਗੇ ਹੋਏ ਹੁੰਦੇ ਨੇ ਬਿਕੋਜ਼ ਆਫ ਦੀ ਪ੍ਰੈਸ਼ਰ ਆਫ ਪਾਪੂਲੇਸ਼ਨ। ਜਿਹੜੀ ਡਿਸਗਾਈਜ਼ਡ ਅਨਇੰਪਲੋਇਮੈਂਟ ਹੈ ਇੱਥੇ ਪਾਈ ਜਾਂਦੀ ਹੈ। ਆਲਸੋ ਇੱਥੇ ਜਿਹੜੇ ਵਰਕਰਸ ਨੇ ਉਹਨਾਂ ਦੀ ਮਾਰਜਨਲ ਪ੍ਰੋਡਕਟੀਵਿਟੀ ਆਫ ਲੇਬਰ ਵੀ ਘੱਟ ਹੁੰਦੀ ਹੈ ਅਤੇ ਉਹਨਾਂ ਨੂੰ ਵੇਜਿਸ ਵੀ ਘੱਟ ਮਿਲਦੀਆਂ ਨੇ। ਸੈਕਿੰਡ ਆ ਜਾਂਦਾ ਸਾਡੇ ਕੋਲ ਕੈਪੀਟਲਿਸਟਿਕ ਸੈਕਟਰ। ਇਹ ਸੈਕਟਰ ਹੈ ਜਿਹੜਾ ਇਹ ਇੰਡਸਟਰੀਅਲ ਅਤੇ ਅਲਾਈਡ ਐਕਟੀਵਿਟੀਜ਼ ਦੇ ਨਾਲ ਡੋਮੀਨੇਟਡ ਹੁੰਦਾ ਹੈ ਬਿਕੋਜ਼ ਆਫ ਕਿਉਂਕਿ ਅਸੀਂ ਜ਼ਿਆਦਾ ਕੈਪੀਟਲ ਨੂੰ ਅਗਰ ਯੂਜ਼ ਕਰਦੇ ਹਾਂ ਤਾਂ ਮਾਰਜਨਲ ਪ੍ਰੋਡਕਟੀਵਿਟੀ ਆਫ ਲੇਬਰ ਹੈ ਜਿਹੜੀ ਉਹ ਹਾਈ ਆ ਜਾਂਦੀ ਹੈ। ਸੋ ਅਕੋਰਡਿੰਗਲੀ ਵੇਜਿਸ ਵੀ ਹਾਈ ਹੋਣਗੀਆਂ। ਸੋ ਇਸ ਸੈਕਟਰ ਦੇ ਵਿੱਚ ਜਿਹੜੀਆਂ ਵੇਜਿਸ ਨੇ ਉਹਨਾਂ ਨੂੰ ਅਸੀਂ ਕੈਪੀਟਲਿਸਟਿਕ ਵੇਜਿਸ ਦਾ ਨਾਮ ਦਿੰਦੇ ਹਾਂ। ਲੂਇਸ ਕਹਿੰਦਾ ਹੈ ਕਿ ਜੇ ਅਸੀਂ ਸਬਸਿਸਟੈਂਸ ਸੈਕਟਰ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਉਹਨਾਂ ਨੂੰ ਕੈਪੀਟਲਿਸਟ ਸੈਕਟਰ ਦੇ ਵਿੱਚ ਲਗਾ ਦਿੰਦੇ ਹਾਂ ਤਾਂ ਮਾਰਜਨਲ ਪ੍ਰੋਡਕਟੀਵਿਟੀ ਵੱਧ ਜੂਗੀ। ਹਾਵਰ ਜੇ ਉਹਨਾਂ ਨੂੰ ਲੋਅਰ ਵੇਜਿਸ ਆਪਾਂ ਪੇ ਕਰਦੇ ਹਾਂ ਤਾਂ ਕੈਪੀਟਲਿਸਟ ਨੇ ਜਿਹੜੇ ਉਹਨਾਂ ਨੂੰ ਸਰਪਲਸ ਮਿਲ ਸਕਦਾ ਹੈ। ਫਿਰ ਇਸ ਸਰਪਲਸ ਨੂੰ ਜਦੋਂ ਅਸੀਂ ਦੁਬਾਰਾ ਬਿਜ਼ਨਸ 'ਚ ਰੀਇਨਵੈਸਟ ਕਰਦੇ ਹਾਂ ਜਿਹਨੂੰ ਅਸੀਂ ਫਲੋਇੰਗ ਬੈਕ ਆਫ ਪ੍ਰੋਫਿਟਸ ਵੀ ਕਹਿ ਦਿੰਦੇ ਹਾਂ ਤਾਂ ਕੈਪੀਟਲ ਫਾਰਮੇਸ਼ਨ ਹੋਊਗੀ ਅਤੇ ਕੰਟਰੀ ਦੀ ਗਰੋਥ ਹੋਊਗੀ। ਨਰਕਸ ਕਹਿੰਦਾ ਹੈ ਕਿ ਜਿਹੜਾ ਡਿਸਗਾਈਜ਼ਡ ਅਨਇੰਪਲੋਇਮੈਂਟ ਹੈ ਉਹ ਸੋਰਸ ਹੈ ਕੈਪੀਟਲ ਫਾਰਮੇਸ਼ਨ ਦਾ ਇਨ ਲੈਸ ਡਿਵੈਲਪਡ ਕੰਟਰੀਜ਼। ਕਿੱਦਾਂ? ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਬੇਟਾ ਉਹੀ ਸਾਰੀ ਚੀਜ਼ ਨੂੰ ਨਾ ਦੁਬਾਰਾ ਕਦੇ ਅਸੀਂ ਕਿਸ ਪਾਸਿਓਂ ਉਹਨੂੰ ਸ਼ੁਰੂ ਕਰ ਲੈਂਦੇ ਹਾਂ, ਮਤਲਬ ਕਹਿੰਦੇ ਹਾਂ ਜਿਵੇਂ ਆਪਾਂ ਉਹ ਕਰਦੇ ਹੁੰਦੇ ਹਾਂ ਐਕਟਿਵ ਅਤੇ ਪੈਸਿਵ ਵੋਇਸ ਕਰਦੇ ਹਾਂ ਕਿ ਐਕਟਿਵ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ ਕਿ ਆਈ ਐਮ ਡੂਇੰਗ ਦਿਸ ਵਰਕ ਹੈ ਨਾ, ਪੈਸਿਵ 'ਚ ਕਹਿੰਦੇ ਹਾਂ ਦਿਸ ਵਰਕ ਇਜ਼ ਬੀਇੰਗ ਡਨ ਬਾਏ ਮੀ ਹੈ ਨਾ। ਤਾਂ ਉਹ ਐਕਟਿਵ ਪੈਸਿਵ ਹੀ ਚੱਲ ਰਿਹਾ ਇੱਥੇ। ਉਹੀ ਇੱਕੋ ਹੀ ਸ਼ਬਦ ਹੈ ਜਿਹਨੂੰ ਇੱਕੋ ਹੀ ਲਾਈਨ ਹੈ ਪੂਰੀ ਥਿਊਰੀ ਦੇ ਵਿੱਚ ਅਸੀਂ ਇਹੀ ਦੱਸਣੀ ਹੈ ਕਿ ਇੱਕ ਤਾਂ ਜੀ ਡਿਸਗਾਈਜ਼ਡ ਅਨਇੰਪਲੋਇਮੈਂਟ ਪਾਈ ਜਾਂਦੀ ਹੈ, ਫਿਰ ਜਿਹੜੀ ਉਹ ਪਾਈ ਜਾਂਦੀ ਹੈ ਉਹਨੂੰ ਅਸੀਂ ਕੀ ਕਰ ਸਕਦੇ ਹਾਂ ਉੱਥੋਂ ਕੱਢ ਕੇ ਟੂ ਦ ਪ੍ਰੋਡਕਟਿਵ ਸੈਕਟਰ ਉਹਨੂੰ ਪਾ ਦੇਣਾ ਹੈ ਤਾਂ ਕਿ ਸਾਡੀਆਂ ਸੇਵਿੰਗ ਅਤੇ ਕੈਪੀਟਲ ਫਾਰਮੇਸ਼ਨ ਦੇ ਰੇਟ ਵੱਧ ਜਾਣ। ਸੋ ਨਰਕਸ ਕੀ ਕਹਿੰਦਾ ਹੈ? ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਮੋਰ ਵਰਕਰਸ ਨੇ ਜਿਹੜੇ ਉਹ ਫਾਰਮਿੰਗ ਆਪਰੇਸ਼ਨਸ ਦੇ ਵਿੱਚ ਲੱਗੇ ਹੁੰਦੇ ਨੇ ਜਦੋਂ ਕਿ ਉਹਨਾਂ ਦੀ ਜ਼ਰੂਰਤ ਨਹੀਂ ਹੁੰਦੀ। ਇਹ ਜਿਹੜੇ ਐਕਸੈਸ ਨੰਬਰ ਆਫ ਵਰਕਰਸ ਨੇ ਇਹ ਕੁਛ ਵੀ ਫਾਰਮਿੰਗ ਆਊਟਪੁੱਟ ਵਿੱਚ ਐਡ ਨਹੀਂ ਕਰਦੇ। ਹਾਊਐਵਰ ਇਹ ਡਿਸਗਾਈਜ਼ਡਲੀ ਅਨਇੰਪਲੋਇਡ ਲੋਕ ਨੇ ਜਿਹੜੇ ਇਹ ਲਾਈਵਲੀਹੁੱਡ ਲੈਂਦੇ ਨੇ ਫਰੋਮ ਦ ਐਗਰੀਕਲਚਰ ਇਟਸੈਲਫ। ਤਾਂ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੀਆਂ ਸੇਵਿੰਗਸ ਆਉਣ ਦੀ ਜਿਹੜੀ ਪੋਸੀਬਿਲਿਟੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਵੈਨ ਐਗਰੀਕਲਚਰ ਜਦੋਂ ਐਗਰੀਕਲਚਰ ਨੇ ਬਹੁਤ ਸਾਰੇ ਡਿਸਗਾਈਜ਼ਡਲੀ ਅਨਇੰਪਲੋਇਡ ਲੋਕਾਂ ਨੂੰ ਕੰਮ ਦੇਣਾ ਹੁੰਦਾ ਹੈ। ਸੋ ਨਰਕਸ ਕਹਿੰਦਾ ਹੈ ਕਿ ਪ੍ਰੋਡਕਟਿਵ ਵਰਕਰਸ ਨੂੰ ਆਪਣਾ ਜਿਹੜੀਆਂ ਪ੍ਰੋਸਪੈਕਟਿਵ ਸੇਵਿੰਗਸ ਨੇ ਉਹ ਕਿਹਦੇ ਉੱਤੇ ਖਰਚ ਕਰਨੀਆਂ ਪੈਂਦੀਆਂ ਨੇ? ਆਪਣੇ ਉਹਨਾਂ ਅਨਪ੍ਰੋਡਕਟਿਵ ਕਾਊਂਟਰ ਪਾਰਟਸ ਹੁੰਦੇ ਨੇ ਲੋਕਾਂ ਲਈ ਜਿਹੜੇ ਉਸ ਕੰਮ ਵਿੱਚ ਲੱਗੇ ਹੋਏ ਹੁੰਦੇ ਨੇ। ਇਹ ਪ੍ਰੋਸਪੈਕਟਿਵ ਸੇਵਿੰਗਸ ਨੇ ਜਿਨ੍ਹਾਂ ਨੂੰ ਨਰਕਸ ਨੇ ਡਿਸਗਾਈਜ਼ਡ ਸੇਵਿੰਗ ਪੋਟੈਂਸ਼ੀਅਲ ਦਾ ਨਾਮ ਦਿੱਤਾ ਹੈ ਉਹ ਨਹੀਂ ਹੋ ਪਾਉਂਦੀਆਂ। ਸੋ ਨਰਕਸ ਕੀ ਕਹਿੰਦਾ ਹੈ? ਦੇਰ ਇਜ਼ ਦ ਪੋਸੀਬਿਲਿਟੀ ਹਾਊਐਵਰ ਆਫ ਟੇਕਿੰਗ ਸਰਪਲਸ ਪੀਪਲ, ਜਿਹੜੇ ਸਰਪਲਸ ਲੋਕ ਲੈਂਡ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣਾ ਪਊਗਾ। ਐਨੀਥਿੰਗ ਦੇ ਕੁਡ ਪ੍ਰੋਡਿਊਸ ਐਲਸਵੇਅਰ ਵੁੱਡ ਬੀ ਅ ਕਲੀਅਰ ਐਡੀਸ਼ਨ ਟੂ ਦ ਰੀਅਲ ਨੈਸ਼ਨਲ ਇਨਕਮ। ਜਦੋਂ ਉਹਨਾਂ ਨੂੰ ਅਸੀਂ ਕਿਤੇ ਹੋਰ ਕੰਮ ਦੇ ਉੱਤੇ ਲਾਵਾਂਗੇ ਤਾਂ ਉਹ ਜ਼ਰੂਰ ਹੀ ਨੈਸ਼ਨਲ ਇਨਕਮ ਦੇ ਵਿੱਚ ਵਾਧਾ ਕਰਨਗੇ। ਦ ਪੀਪਲ ਵਿਦਡਰਾਨ ਫਰਮ ਐਗਰੀਕਲਚਰ ਆਰ ਟੂ ਬੀ ਇੰਗੇਜਡ ਇਨ ਕੈਪੀਟਲ ਪ੍ਰੋਡਕਸ਼ਨ। ਹੁਣ ਐਗਰੀਕਲਚਰ 'ਚੋਂ ਲੋਕਾਂ ਨੂੰ ਕੱਢ ਕੇ ਅਸੀਂ ਕੈਪੀਟਲ ਪ੍ਰੋਜੈਕਟਸ ਦੇ ਵਿੱਚ ਲਗਾ ਦਾਂਗੇ। ਸੋ ਨਰਕਸ ਕਹਿੰਦਾ ਹੈ ਕਿ ਇਹਨਾਂ ਲੋਕਾਂ ਨੂੰ ਇਰੀਗੇਸ਼ਨ ਵਰਕਸ, ਕੰਸਟਰਕਸ਼ਨ ਆਫ ਰੋਡਸ, ਡੈਮਸ ਜਾਂ ਅਦਰ ਸੋਸ਼ਲ ਓਵਰਹੈਡ ਹੁੰਦੇ ਨੇ ਬੇਟਾ, ਬ੍ਰਿਜਸ ਬਣਾਉਣਾ, ਰੋਡਸ ਬਣਾਉਣੇ, ਕਿਤੇ ਵੀ ਲਗਾ ਸਕਦੇ ਹਾਂ।
ਜਦੋਂ ਅਸੀਂ ਐਗਰੀਕਲਚਰ ਸੈਕਟਰ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਕੱਢਾਂਗੇ ਤਾਂ ਉੱਥੇ ਮਾਰਜਿਨਲ ਪ੍ਰੋਡਕਟਿਵਿਟੀ ਹੈ ਵਰਕਰਸ ਦੀ ਉੱਥੇ ਜ਼ੀਰੋ ਹੀ ਹੋਊਗੀ, ਇਸ ਲਈ ਸਾਨੂੰ ਕੋਈ ਫਰਕ ਨਹੀਂ ਪੈਣਾ। ਹਾਊਐਵਰ ਕੰਟਰੀਬਿਊਸ਼ਨ ਟੂ ਆਊਟਪੁੱਟ ਬਾਈ ਥੀਸ ਵਰਕਰਸ ਵੈਨ ਇੰਗੇਜਡ ਇਨ ਕੈਪੀਟਲ ਪ੍ਰੋਜੈਕਟਸ ਵੁੱਡ ਐਡ ਟੂ ਦ ਟੋਟਲ ਨੈਸ਼ਨਲ ਪ੍ਰੋਡਕਟ। ਜਦੋਂ ਕਹਿੰਦਾ ਇਹਨਾਂ ਵਰਕਰਸ ਦੀ ਆਊਟਪੁੱਟ ਹੈ ਉਸ ਨੂੰ ਅਸੀਂ ਜਿਹੜਾ ਹੈ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਕੈਪੀਟਲ ਪ੍ਰੋਜੈਕਟਸ ਦੇ ਵਿੱਚ ਐਡ ਅਪ ਕਰੂਗੀ। ਸੋ ਨੈਸ਼ਨਲ ਪ੍ਰੋਡਕਟ ਦੇ ਵਿੱਚ ਜੋ ਵੀ ਐਡ ਅਪ ਹੋਊਗਾ ਉਹ ਕੀ ਹੋਊਗਾ, ਸਰਪਲਸ ਜਨਰੇਟ ਕੀਤਾ ਹੋਊਗਾ ਬਾਏ ਥੀਸ ਅਨਪ੍ਰੋਡਕਟਿਵ ਵਰਕਰਸ, ਜਿਹੜੇ ਕਿ ਪਹਿਲਾਂ ਅਨਪ੍ਰੋਡਕਟਿਵ ਸੀ ਪਰ ਹੁਣ ਉਹ ਪ੍ਰੋਡਕਟਿਵ ਹੋ ਚੁੱਕੇ ਨੇ। ਪਰ ਇੱਥੇ ਆਪਾਂ ਨੂੰ ਦੋ ਪ੍ਰੋਬਲਮਸ ਆ ਸਕਦੀਆਂ ਨੇ। ਪਹਿਲੀਆਂ ਤਾਂ ਅਰੇਂਜਮੈਂਟ ਆਫ ਫਿਨਾਂਸ ਦੀ, ਦੂਜੀ ਪ੍ਰੋਬਲਮ ਆਫ ਟੂਲਸ ਦੀ, ਕਿਉਂਕਿ ਲਾਵਾਂਗੇ ਨਵੇਂ ਬੰਦੇ ਤਾਂ ਉਹਨਾਂ ਨੂੰ ਕੰਮ ਵੀ ਦੇਣਾ ਪਊਗਾ, ਉਹਨਾਂ ਲਈ ਜਗ੍ਹਾ ਵੀ ਚਾਹੀਦੀ ਹੈ, ਉਹਨਾਂ ਲਈ ਟੂਲਸ ਵੀ ਚਾਹੀਦੇ ਨੇ, ਠੀਕ ਹੈ। ਸੋ ਅਰੇਂਜਮੈਂਟ ਆਫ ਫਿਨਾਂਸ ਇਨ ਦਿਸ ਕੰਟੈਕਸਟ ਬੇਸਿਕ ਪ੍ਰੋਬਲਮ ਕੀ ਹੈ, ਫੂਡ, ਕਲੋਥਿੰਗ ਅਤੇ ਸ਼ੈਲਟਰ ਪ੍ਰੋਵਾਈਡ ਕਰਨ ਦੀ, ਜਿਹੜੇ ਲੋਕਾਂ ਨੂੰ ਅਸੀਂ ਐਗਰੀਕਲਚਰ ਸੈਕਟਰ 'ਚੋਂ ਕੱਢਿਆ ਹੈ। ਤਾਂ ਨੈਕਸਟ ਕਹਿੰਦਾ ਹੈ ਉਹਨਾਂ ਦੀ ਰਿਕੁਆਇਰਮੈਂਟਸ ਲਈ ਇਹਨਾਂ ਵਰਕਰਸ ਨੂੰ ਦਿਸ ਸ਼ੁੱਡ ਕੰਟੀਨਿਊ ਟੂ ਬੀ ਡਿਪੈਂਡੈਂਟ ਅਪੋਨ, ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਆਪਦੇ ਰੂਰਲ ਕਾਊਂਟਰ ਪਾਰਟਸ ਦੇ ਉੱਤੇ ਹੀ ਡਿਪੈਂਡੈਂਟ ਹੋਣਾ ਪਊਗਾ। ਦੇ ਵਰ ਬੀਇੰਗ ਸਪੋਰਟਡ, ਜਿਵੇਂ ਪਹਿਲਾਂ ਅਰਲੀਅਰ ਫੈਮਿਲੀ ਮੈਂਬਰਸ ਉਹਨਾਂ ਨੂੰ ਸਪੋਰਟ ਕਰਦੇ ਸੀ ਵੈਨ ਦੇ ਵਰ ਡਿਸਗਾਈਜ਼ਡਲੀ ਅਨਇੰਪਲਾਇਡ, ਹੁਣ ਵੀ ਉੱਦਾਂ ਹੀ ਕਰਨਾ ਪਊਗਾ। ਸੋ ਨੈਕਸਟ ਕਹਿੰਦਾ ਹੈ ਡਿਸਗਾਈਜ਼ਡ ਅਨਇੰਪਲਾਇਮੈਂਟ ਨੂੰ ਐਕਮੂਲੇਸ਼ਨ ਆਫ ਕੈਪੀਟਲ ਦੇ ਵਿੱਚ ਯੂਜ਼ ਕਰਨ ਲਈ ਉਹਨਾਂ ਨੂੰ ਜਿਹੜਾ ਫਿਨਾਂਸਿੰਗ ਹੈ ਉਹਨਾਂ ਦੀ ਸਿਸਟਮ ਦੇ ਵਿੱਚੋਂ ਆਪਣੇ ਆਪ ਹੀ ਕਰਨੀ ਪਊਗੀ। ਪੀਜ਼ੈਂਟਸ ਨੂੰ ਇਹ ਪੁੱਛਣ ਦੀ ਜ਼ਰੂਰਤ ਨਹੀਂ ਹੈਗੀ ਕਿ ਜਦੋਂ ਉਹ ਲੈਂਡ 'ਤੇ ਸੀ ਉਦੋਂ ਕਿਵੇਂ ਖਾਂਦੇ ਸੀ, ਹੁਣ ਉਹਨਾਂ ਨੂੰ ਕਿਹੜੀ ਚੀਜ਼ ਉੱਥੇ ਹੀ ਖਾਣ ਤੋਂ ਰੋਕ ਰਹੀ ਹੈ। What is wanted is that they go on feeding their dependents who leave the farms to go to work on ਕੈਪੀਟਲ ਪ੍ਰੋਜੈਕਟਸ। ਹੁਣ ਸਾਨੂੰ ਉਹਨਾਂ ਨੂੰ ਦੱਸਣਾ ਹੋਊਗਾ ਕਿ ਜਿਹੜੇ ਤੁਹਾਡੇ ਉਹ ਲੋਕ, ਤੁਹਾਡੇ ਡਿਪੈਂਡੈਂਟ ਜਿਹੜੇ ਕਿ ਇੱਥੇ ਲੱਗਦਾ ਸੀ ਤੁਹਾਨੂੰ ਕੰਮ ਦੇ ਉੱਤੇ ਲੱਗੇ ਹੋਏ ਨੇ, ਉਹ ਹੁਣ ਕੈਪੀਟਲ ਪ੍ਰੋਜੈਕਟਸ ਦੇ ਵਿੱਚ ਹੈਲਪ ਕਰਨ ਚੱਲੇ ਨੇ, ਅਤੇ ਉੱਥੇ ਉਹਨਾਂ ਤੋਂ ਜਿਹੜਾ ਪੈਸਾ ਆਉਣਾ ਉਹ ਤੁਹਾਡੇ ਕੋਲ ਹੀ ਆਊਗਾ, ਪਰ ਤੁਹਾਨੂੰ ਉਹਨਾਂ ਦਾ ਖਰਚਾ ਆਪ ਹੀ ਚੱਕਣਾ ਪੈਣਾ ਹੈ। ਹੁਣ ਕੀ ਹੋਊਗਾ, ਖਰਚਾ ਤਾਂ ਤੁਸੀਂ ਪਹਿਲਾਂ ਵੀ ਚੱਕ ਰਹੇ ਸੀ, ਰਾਦਰ ਹੁਣ ਉਹਨਾਂ ਤੋਂ ਜਿਹੜਾ ਪੈਸਾ ਹੈ ਉਹ ਤੁਹਾਡੇ ਕੋਲ ਆ ਜਾਊਗਾ। ਉਹਨਾਂ ਨੇ ਇਹ ਗੱਲ ਸਮਝਾਉਣੀ ਪੈਣੀ ਹੈ। ਸੋ ਫਾਰਮੇਸ਼ਨ ਆਫ ਕੈਪੀਟਲ ਆਊਟ ਆਫ ਡਿਸਗਾਈਜ਼ਡ ਅਨਇੰਪਲਾਇਮੈਂਟ ਨੂੰ ਅਸੀਂ ਐਗਜ਼ਾਮਪਲ ਨਾਲ ਸਮਝਾਇਆ। ਕਹਿੰਦਾ ਲੈਟਸ ਮੰਨ ਲਓ ਇੱਕ ਫਾਰਮਿੰਗ ਫੈਮਿਲੀ ਹੈ ਜਿਹੜੀ ਫਾਰਮ ਦੇ ਉੱਤੇ ਕੰਮ ਕਰ ਰਹੀ ਹੈ ਅਤੇ 20 ਕੁਇੰਟਲ ਵੀਟ ਪ੍ਰੋਡਿਊਸ ਕਰ ਰਹੀ ਹੈ। ਉਹਦੇ ਵਾਸਤੇ ਆਪਾਂ ਨੂੰ ਸਿਰਫ 2 ਬੰਦਿਆਂ ਦੀ ਲੋੜ ਹੈ, ਪਰ ਜੋਬ ਅਪੋਰਚੁਨਿਟੀ ਨਾ ਹੋਣ ਕਰਕੇ 5 ਬੰਦੇ ਕੰਮ ਕਰ ਰਹੇ ਨੇ। ਇਹਦਾ ਮਤਲਬ ਹਰੇਕ ਬੰਦੇ ਦੇ ਵਿੱਚ ਉੱਤੇ ਕਿਹਦਾ ਕਿੰਨਾ ਸ਼ੇਅਰ ਆਉਂਦਾ ਕਿ ਹਰੇਕ ਬੰਦਾ 4 ਕੁਇੰਟਲ ਬਣਾ ਰਿਹਾ ਨਾ, 20/5। ਜੇ ਹੁਣ ਅਸੀਂ ਉੱਥੋਂ 3 ਬੰਦੇ ਬਾਹਰ ਕੱਢ ਲਈਏ, ਉਹਨਾਂ ਨੂੰ ਰੋਡ ਡੈਮਸ ਦੀ ਕੰਸਟਰਕਸ਼ਨ ਦੇ ਉੱਤੇ ਲਾ ਦਈਏ, ਫਿਰ ਵੀ ਪ੍ਰੋਡਕਸ਼ਨ ਤਾਂ 20 ਹੀ ਰਹਿਣੀ ਹੈ, ਠੀਕ ਹੈ ਨਾ। ਇਹਦਾ ਮਤਲਬ ਜੇ ਅਸੀਂ 20 ਵਿੱਚੋਂ 12 ਕੁਇੰਟਲ ਬਾਹਰ ਕੱਢ ਲਈਏ ਜਿਹੜੇ ਉਹ 3 ਬੰਦਿਆਂ ਦਾ ਸੀ, ਅਤੇ ਰਿਮੇਨਿੰਗ 2 ਲੋਕ ਨੇ ਉਹਨਾਂ ਨੂੰ 4 ਕੁਇੰਟਲ ਹੀ ਦਈਏ, ਤਾਂ ਜਿਹੜੀ ਨੈਸ਼ਨਲ ਪ੍ਰੋਡਕਟ ਹੈ ਇਹਨਾਂ ਦਾ ਜਿਹੜੇ ਲੋਕ ਹੁਣ ਰੋਡ ਡੈਮਸ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੇ ਕੋਈ ਹੋਰ ਐਕਸਟਰਾ ਖਰਚਾ ਤਾਂ ਕੀਤਾ ਨਹੀਂ ਨਾ। 20 ਕੁਇੰਟਲ ਤਾਂ ਪਹਿਲਾਂ ਵੀ ਬਣ ਹੀ ਰਿਹਾ ਹੈ, ਜਦੋਂ ਉਹ 5 ਜਣੇ ਸੀ ਤਾਂ ਵੀ 20 ਕੁਇੰਟਲ ਬਣਦਾ ਸੀ, ਜਦੋਂ ਹੁਣ ਉਹ 2 ਨੇ ਤਾਂ ਵੀ 20 ਕੁਇੰਟਲ ਹੈ। ਇਹਦਾ ਮਤਲਬ ਜਿਹੜੇ 3 ਜਣੇ 12 ਕੁਇੰਟਲ ਬਣਾ ਰਹੇ ਸੀ, ਜੇ ਅਸੀਂ ਉਹ ਤੁਹਾਡੇ ਤੋਂ ਲੈ ਵੀ ਲਈਏ ਫਿਰ ਵੀ ਤਾਂ ਤੁਸੀਂ ਸਾਰੋਗੇ ਨਾ। ਤਾਂ ਆਪਾਂ ਉਹਨਾਂ ਨੂੰ ਕੀ ਕਹਿੰਦੇ ਹਾਂ ਕਿ ਜਿਹੜੇ ਇਹ 3 ਬੰਦੇ ਨੇ ਇਹਨਾਂ ਦਾ ਫੂਡ, ਕਲੋਥਿੰਗ, ਸ਼ੈਲਟਰ ਦਾ ਖਰਚਾ ਹੈ ਜਿਹੜਾ ਉਹ ਤੁਹਾਨੂੰ ਚੱਕਣਾ ਪੈਣਾ ਹੈ, ਅਤੇ ਇਹ ਬੰਦੇ ਰਾਦਰ ਉੱਧਰ ਤੁਹਾਡੇ ਵੱਲ ਵੀ ਉਹੀ, ਤੁਹਾਨੂੰ ਕੋਈ ਫਰਕ ਨਹੀਂ ਪਿਆ, ਅਤੇ ਇੱਧਰ ਉਹ ਕੁਛ ਹੋਰ ਜ਼ਿਆਦਾ ਕਮਾਉਣ ਲੱਗ ਗਏ, ਠੀਕ ਹੈ। ਨੈਕਸਟ ਹੈ ਪ੍ਰੋਬਲਮ ਆਫ ਟੂਲਸ, ਪ੍ਰੋਵੀਜ਼ਨ ਆਫ ਟੂਲਸ ਐਂਡ ਇੰਪਲੀਮੈਂਟਸ ਟੂ ਦਾ ਪੀਪਲ। ਜਿਹੜੇ ਲੋਕ ਐਗਰੀਕਲਚਰ ਸੈਕਟਰ 'ਚੋਂ ਕੱਢ ਕੇ ਅਸੀਂ ਪਬਲਿਕ ਵਰਕਸ ਦੇ ਵਿੱਚ ਲਾਏ ਨੇ, ਉੱਥੇ ਸਾਨੂੰ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਟੂਲਸ ਅਤੇ ਇੰਪਲੀਮੈਂਟਸ ਦੀ ਪ੍ਰੋਵੀਜ਼ਨ ਕਰਨ ਵਾਸਤੇ। ਕੀ ਸੁਜੈਸ਼ਨਸ ਨੇ ਸਾਡੇ ਕੋਲ? ਫਸਟ ਹੈ ਯੂਜ਼ ਆਫ ਲੇਬਰ ਇੰਟੈਂਸਿਵ ਟੈਕਨੀਕਸ। ਸਾਨੂੰ ਉਹ ਵਾਲੇ ਟੈਕਨੀਕਸ ਯੂਜ਼ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਲੇਬਰ ਇੰਟੈਂਸਿਵ ਨੇ। ਇਸ ਕਰਕੇ ਟਰੀ ਫੈਲਿੰਗ ਹੈ ਜਿਹੜੀ ਉਹ ਵਰਕਰ ਦੇ ਮੈਨੂਅਲ ਐਫਰਟਸ ਦੇ ਨਾਲ ਹੁੰਦੀ ਹੈ ਵਿਦ ਸਮਾਲ ਟੂਲਸ ਐਂਡ ਇੰਪਲੀਮੈਂਟਸ, ਜਿਹਦੇ ਉੱਤੇ ਬਹੁਤ ਜ਼ਿਆਦਾ ਕੈਪੀਟਲ ਇੰਟੈਂਸਿਵ ਟੈਕਨੀਕਸ ਨਹੀਂ ਲੱਗਦੀਆਂ। ਦੈਨ ਨੈਕਸਟ ਹੈ ਯੂਜ਼ ਆਫ ਸਿੰਪਲ ਟੂਲਸ। ਸਿੰਪਲ ਟੂਲਸ ਨੇ ਉਹ ਉਹਨਾਂ ਨੂੰ ਦਿਓ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਸਾਡਾ ਕੈਪੀਟਲ ਐਕਸਪੈਂਡੀਚਰ ਨਾ ਆਵੇ। ਇਹ ਸਿੰਪਲ ਟੂਲਸ ਅਤੇ ਇੰਪਲੀਮੈਂਟਸ ਨੇ ਜਿਹੜੇ ਵਰਕਰਸ ਖੁਦ ਵੀ ਅਰੇਂਜ ਕਰ ਸਕਦੇ ਨੇ। ਸੋ ਅਬਵ ਡਿਸਕਸ਼ਨ ਕੀ ਦੱਸਦੀ ਹੈ ਕਿ ਡਿਸਗਾਈਜ਼ਡ ਅਨਇੰਪਲਾਇਮੈਂਟ ਹੈ ਉਹ ਪੋਟੈਂਸ਼ੀਅਲ ਸੋਰਸ ਆਫ ਸੇਵਿੰਗ ਹੈ, ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਬਣ ਜਾਂਦੀ ਹੈ, ਅਤੇ ਇਹਦੇ ਨਾਲ ਕੈਪੀਟਲ ਫਾਰਮੇਸ਼ਨ ਵੱਧ ਜਾਂਦੀ ਹੈ। ਪ੍ਰੀ ਕੰਡੀਸ਼ਨ ਕੀ ਹੈ? ਜਿਹੜੇ ਰਿਮੇਨਿੰਗ ਵਰਕਰਸ ਫੈਮਿਲੀ ਫਾਰਮਿੰਗ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਦਾ ਕੰਜ਼ੰਪਸ਼ਨ ਲੈਵਲ ਨਾ ਵਧੇ, ਅਤੇ ਸਾਨੂੰ ਉਹਨਾਂ ਦੇ ਉੱਤੇ ਐਕਸਟਰਾ ਖਰਚਾ ਹੈ ਜਿਹੜਾ ਉਹ ਨਾ ਕਰਨਾ ਪਵੇ, ਤਾਂ ਹੀ ਅਸੀਂ ਇਹਦੇ ਵਿੱਚ ਸਕਸੈਸਫੁਲ ਹੋ ਸਕਦੇ ਹਾਂ, ਠੀਕ ਹੈ ਬੇਟਾ।
सो आई थिंक दिस इज़ एनफ फॉर यू, ठीक है। सो ਤੁਸੀਂ ਨਰਕਸ ਦਾ ਜਿਹੜਾ ਵਿਊ ਹੈ ਇੱਥੇ ਉਹਨੂੰ ਪੜ੍ਹਨਾ ਹੈ, ਲੂਇਸ ਦਾ ਵਿਊ ਹੈ ਉਹਨੂੰ ਪੜ੍ਹਨਾ ਹੈ, ਏ.ਕੇ. ਸੇਨ ਦੇ ਵਿਊਜ਼ ਨੇ ਤੇ ਕਾਜ਼ਸ ਆਫ ਡਿਸਗਾਈਜ਼ਡ ਅਨਇੰਪਲੋਇਮੈਂਟ ਦੈਟ ਵੀ ਕਵਰਡ टिल टुडे, ठीक है। सो आई सपोज कल अपना ही जो लैसन है वो ख़त्म हो जाएगा बेटा, ठीक है। विद दिस योर फर्स्ट यूनिट विल बी कंप्लीट। ओके बच्चा, हैव ए नाइस डे, हैप्पी लर्निंग, टेक गुड केयर ऑफ योर सेल्फ एंड योर फैमिली मेम्बर्स। बाय बाय।